Good evening, beta. Monica Mehta, Science Misters. 1 marks question of the lesson environmental. Let's discuss the question. Why is it a necessity to conserve our environment? To maintain the ecological balance. Okay, that's why we conserve our environment. Then two biodegradable and non biodegradable, ਜਿਹੜੇ ਡੀਕੰਪੋਜ਼ ਹੋ ਸਕਣ ਉਹਨਾਂ ਨੂੰ ਬਾਇਓਡੀਗ੍ਰੇਡੇਬਲ ਕਹਿੰਦੇ ਆ, ਜਿਹੜੇ ਬੈਕਟੀਰੀਆ ਵਾਇਰਸ ਜਿਨ੍ਹਾਂ ਨੂੰ ਨਹੀਂ ਕਰ ਸਕਦੇ ਡੀਕੰਪੋਜ਼ ਹੋ ਕੇ ਹੋਣਗੇ ਨੋਨ ਬਾਇਓਡਿਗਰੇਡੇਬਲ। ਐਨੀ ਡੋਮੈਸਟਿਕ ਸੀਵੇਜ ਵੁੱਡ, ਖੇਤੀਬਾੜੀ ਦੀ ਜੋ ਵੀ ਹੈ ਰਹਿੰਦ ਖੂੰਹਦ ਹੈ, ਠੀਕ ਹੈ, ਦੈਟ ਆਰ ਦੀ ਸਬਜ਼ੀਆਂ ਦੇ ਛਿਲਕੇ ਵਗੈਰਾ ਇਹ ਕੀ ਹੋਣਗੇ ਬਾਇਓਡਿਗਰੇਡੇਬਲ। ਨੋਨ ਬਾਇਓਡਿਗਰੇਡੇਬਲ ਪਲਾਸਟਿਕ, DDT, glass, etc. We often use the word environment. What it means? Environment is physical, chemical and biological condition of the region that is known as the environment. ਬਾਇਓਡੀਗ੍ਰੇਡੇਬਲ ਜਿਹੜੇ ਡੀਕੰਪੋਜ਼ ਕਰ ਸਕਣ, ਜਿਨ੍ਹਾਂ ਨੂੰ ਬੈਕਟੀਰੀਆ ਵਾਇਰਸ, ਠੀਕ ਹੈ, ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟ੍ਰੋਜਨ 'ਚ ਬ੍ਰੇਕ ਡਾਊਨ ਕਰ ਸਕਣ। ਤਾਂ ਇਹਨਾਂ 'ਚੋਂ ਬਾਇਓਲੋਜੀਕਲ ਚੀਜ਼ਾਂ, ਔਰਗੈਨਿਕ ਚੀਜ਼ਾਂ ਕੀ ਹੈ, ਟੋਮੈਟੋ ਲੀਵਸ ਔਰ ਵੂਲ, ठीक है, दिस विल बी डिकम्पोज। नॉन बायोडिग्रेडेबल चूज करो ग्लास ते सिल्वर फॉयल, ठीक है, दे आर नॉन बायोडिग्रेडेबल। ओजोन लेयर जो है अल्ट्रावायलेट रेज तो प्रोटैक्ट करती है, अपर एटमोसफेयर लेयर च हुंदी है। बायोडिग्रेडेबल, वाई शुड बायो एंड नॉन बायो वेस्ट आर डिसकार्डड, ਕਿਉਂਕਿ ਇਹਨਾਂ ਨੂੰ ਸੈਪਰੇਟ ਡਸਟਬਿਨ 'ਚ ਕਿਉਂ ਪਾਉਂਦੇ ਆ, ਤਾਂ ਕਿ ਟਾਈਮ ਅਤੇ ਐਨਰਜੀ ਸੇਵ ਹੋ ਸਕੇ ਟੂ ਸੈਗਰੀਗੇਟ ਇਟ, ਅਤੇ ਡਿਸਪੋਜ਼ ਕਰਨਾ ਇਹਨਾਂ ਨੂੰ ਕੁਇਕਲੀ ਹੋਵੇ। ਦੈਟਸ ਵਾਈ ਅਸੀਂ ਇਹਨਾਂ ਨੂੰ ਅਲੱਗ-ਅਲੱਗ ਡਸਟਬਿਨ 'ਚ ਪਾਵਾਂਗੇ ਦੋਨੋਂ ਵੇਸਟ ਨੂੰ। ਮੇਨ ਕੰਪੋਨੈਂਟ ਆਫ ਇਨਵਾਇਰਮੈਂਟ ਬਾਇਓਟਿਕ ਅਤੇ ਏਬੋਇਟਿਕ। ਬਾਇਓਟਿਕ 'ਚ ਆ ਜਾਣਗੇ ਲਿਵਿੰਗ ਕੰਪੋਨੈਂਟ ਲਾਈਕ ਐਨੀਮਲਸ, प्लांट्स, ठीक है, एक्स्ट्रा और माइक्रो ऑर्गेनिजम्स, दीज आर दी बायोटिक कंपोनेंट। नॉन एबोइटिक च किहड़े आउणगे साडे सॉइल, वाटर, एयर, सनलाइट, दीज विल कम एबोइटिक कंपोनेंट। बोइटिक कंपोनेंट बायोस्फीयर च प्रोड्यूसर, कंज्यूमर एंड डिकम्पोजर, जो भी एनीमल, प्लांट्स, ये की होंगे बायोटिक कंपोनेंट। एबोइटिक च सॉइल, वाटर, एयर। डिकम्पोजर बैक्टीरिया एंड फंजाई, ਜਿਹੜੇ ਕੀ ਹੈ ਕੰਪਲੈਕਸ ऑर्गेनिक मैटर ਨੂੰ ਸਿੰਪਲ ऑर्गेनिक एलिमेंट्स च ब्रेक डाउन ਕਰਨ। ਇਕੁਐਟਿਕ फूड चेन, ठीक, फाइटोप्लैंकटन ਕੀ ਹੁੰਦੇ ਆ, ਜਿਹੜੇ ਪਲਾਂਟਸ ਵਾਟਰ 'ਚ ਗਰੋ ਕਰਦੇ ਆ। ਫਿਰ ਇਹਨਾਂ ਨੂੰ ਕੌਣ ਖਾਣਗੇ, ਮਾਈਕਰੋ ਔਰਗੈਨਿਜ਼ਮ, ਉਹਨਾਂ ਨੂੰ ਜੂਓ ਪਲੈਂਕਟਨ ਕਹਿੰਦੇ ਆ। ਇਹਨੂੰ ਫਿਸ਼ ਖਾਏਗੀ, ਫਿਸ਼ ਨੂੰ ਵੱਡੀ ਫਿਸ਼ ਖਾਏਗੀ, ਸੀਲ। ਤਾਂ ਇਕੁਐਟਿਕ ਫੂਡ ਚੇਨ ਹੈ। ਫਾਈਟੋਪਲੈਂਕਟਨ ਪਲਾਂਟਸ, ਜੋ ਵੀ ਐਲਗੀ ਹੈ ਜਾਂ ਸਪਾਇਰੋਗਾਇਰਾ ਵਗੈਰਾ, ਠੀਕ ਹੈ, ਜਿਹੜੇ ਪਲਾਂਟਸ ਉੱਤੇ ਪੌਂਡ 'ਚ ਗਰੋ ਕਰਦੇ ਆ। ਇਹਨਾਂ ਨੂੰ ਮਾਈਕਰੋ ਔਰਗੈਨਿਜ਼ਮਸ, ਜੂਓ ਪਲੈਂਕਟਨ ਛੋਟੇ ਛੋਟੇ, ਉਹਨਾਂ ਨੂੰ ਫਿਸ਼ ਖਾਏਗੀ, ਵੱਡੀ ਫਿਸ਼। ਦੈਨ ਸੈਕਿੰਡ ਟ੍ਰੋਫਿਕਲ ਲੈਵਲ 'ਤੇ, ਅਗਰ ਫਸਟ ਟ੍ਰੋਫਿਕਲ ਲੈਵਲ 'ਤੇ 10,000 ਜੂਲ ਐਨਰਜੀ ਹੈ ਤਾਂ ਅਕੋਰਡਿੰਗ ਟੂ ਹੈਨਰੀ ਲਾ, ਠੀਕ ਹੈ, ਇਹਦਾ 10% ਕਿੰਨਾ ਹੋ ਜਾਏਗਾ, 1000 ਜੂਲ ਐਨਰਜੀ ਜਿਹੜੀ ਹੈ ਸੈਕਿੰਡ ਟ੍ਰੋਫਿਕ ਲੈਵਲ 'ਤੇ ਟਰੈਵਲ ਹੋਏਗੀ। ਫੂਡ ਚੇਨ ਕੀ ਹੋ ਗਿਆ, ਆਟੋਟ੍ਰੋਫ, ਹਰਬੀਵੋਰਸ, ਕਾਰਨੀਵੋਰਸ, ਟੌਪ ਲੈਵਲ ਕਾਰਨੀਵੋਰਸ। ਦੈਨ ਡਿਕੰਪੋਜ਼ਰ ਵੀ ਆ ਸਕਦੇ ਆ। ਹਮੇਸ਼ਾ ਫੂਡ ਚੇਨ ਦੇ ਫਸਟ ਟ੍ਰੋਫਿਕ ਲੈਵਲ 'ਤੇ ਗ੍ਰੀਨ ਪਲਾਂਟਸ ਕਿਉਂ ਹੋਣਗੇ, ਕਿਉਂਕਿ ਸਿਰਫ ਗ੍ਰੀਨ ਪਲਾਂਟ ਹੀ ਹੈ ਜਿਹੜੇ ਫੋਟੋਸਿੰਥੇਸਿਸ ਕਰਦੇ ਆ ਅਤੇ ਸਨਲਾਈਟ ਨੂੰ ਕੈਮੀਕਲ ਐਨਰਜੀ 'ਚ ਚੇਂਜ ਕਰਦੇ ਹੈਗੇ ਆ। ਸੈਕਿੰਡ ਟ੍ਰੋਫਿਕ ਲੈਵਲ 'ਤੇ ਕਿਹੜੇ ਹੋਣਗੇ, ਫਸਟ ਟ੍ਰੋਫਿਕ ਲੈਵਲ 'ਤੇ ਹੋ ਗਏ ਆਟੋਟ੍ਰੋਫ ਪਲਾਂਟਸ, ਤਾਂ ਸੈਕਿੰਡ ਟ੍ਰੋਫਿਕ ਲੈਵਲ 'ਤੇ ਕਿਆ ਹੋਣਗੇ, ਹਰਬੀਵੋਰਸ। ਦੈਨ ਇਹਨਾਂ 'ਚੋਂ ਕਿਹਦੇ ਵਿੱਚ ਇਹ 5, ਠੀਕ ਹੈ, ਇਹਨਾਂ 'ਚੋਂ ਜਿਹੜੀ ਹੌਕ ਹੈ ਈਗਲ ਲਾਈਕ,
ਠੀਕ ਹੈ। ਇਹਦੇ ਵਿੱਚ ਬਾਇਓਮੈਗਨੀਫਿਕੇਸ਼ਨ ਦਾ ਮੀਨਸ ਕਿਸੇ ਵੀ ਕੈਮੀਕਲ ਦਾ ਸੈੱਲਾਂ ਦੇ ਵਿੱਚ ਜਮ੍ਹਾਂ ਹੋਣਾ। ਤਾਂ ਜਿਵੇਂ ਜਿਵੇਂ ਠੀਕ ਹੈ ਟ੍ਰੋਫਿਕ ਲੈਵਲ ਵੱਧਦਾ ਜਾਂਦਾ ਤਾਂ ਬਾਇਓਮੈਗਨੀਫਿਕੇਸ਼ਨ ਸੈੱਲਾਂ ਦੇ ਵਿੱਚ ਅਮਾਊਂਟ ਕੀ ਹੈ ਕਾਰਨੀਵੋਰਸ 'ਤੇ ਜ਼ਿਆਦਾ ਹੋਏਗੀ, ਤਾਂ ਇਹਦੇ ਵਿੱਚ ਉਹ ਹੌਕ ਆਏਗਾ, ਟੌਪ ਲੈਵਲ ਕਾਰਨੀਵੋਰਸ। ਦੈਨ ਡਿਪਲੀਸ਼ਨ ਆਫ ਓਜ਼ੋਨ ਲੇਅਰ, ਕਲੋਰੋਫਲੋਰੋਕਾਰਬਨ। ਅੱਗੇ ਥੋੜ੍ਹੇ ਜ਼ਿਆਦਾ ਕੁਐਸਚਨ ਆਉਣੇ ਆ ਓਜ਼ੋਨ ਲੇਅਰ ਰਿਲੇਟਡ। ਤਾਂ ਜੋ ਕਲੋਰੋਫਲੋਰੋਕਾਰਬਨਸ ਹੈ ਉਹ ਕਿੱਥੋਂ ਨਿਕਲਦੇ ਹੈਗੇ ਆ, ਸਾਡੇ ਰੈਫਰੀਜਰੇਟਰ ਐਂਡ ਐਰੋਪਲੇਨ ਚੋਂ। ਠੀਕ ਹੈ। ਇਹ ਕਲੋਰੋਫਲੋਰੋ ਕਾਰਬਨਸ ਕੀ ਕਰਨਗੇ, ਓਜ਼ੋਨ ਨੂੰ ਆਕਸੀਜਨ ਅਤੇ ਨੇਸੈਂਟ ਆਕਸੀਜਨ 'ਚ ਬ੍ਰੇਕ ਡਾਊਨ ਕਰ ਦਿੰਦੇ ਆ। ਐਜ਼ ਏ ਰਿਜ਼ਲਟ ਇਹਦੇ ਵਿੱਚ ਹੋਲਸ ਹੋ ਗਏ, ਹੋਲਸ 'ਚੋਂ ਕਿਆ ਆ ਜਾਣਗੀਆਂ, ਯੂਵੀ ਰੇਜ਼ ਇਨਵਾਇਰਮੈਂਟ 'ਚ ਪੈਨੀਟ੍ਰੇਟ ਕਰ ਜਾਣਗੀਆਂ। ਐਜ਼ ਏ ਰਿਜ਼ਲਟ ਜੋ ਯੂਵੀ ਰੇਜ਼ ਦੇ ਕਰਕੇ ਸਕਿਨ ਕੈਂਸਰ ਔਰ ਸਾਡੀ ਆਈਜ਼ ਦਾ ਰਟੀਨਾ ਵਗੈਰਾ ਠੀਕ ਹੈ ਡਿਪਲੀਟ ਹੋ ਸਕਦਾ। ਔਰ ਮਾਈਕਰੋ ਆਰਗੇਨਿਜ਼ਮ ਜਿੰਨੇ ਵੀ ਫਲੋਰਾ ਫੋਨਾ ਹੈ ਜਿਹੜੇ ਮਨਿਊਟ ਮਾਈਕਰੋ ਆਰਗੇਨਿਜ਼ਮ ਹੈ ਦੇ ਵਿਲ ਆਲਸੋ ਬੀ ਡਿਪਲੀਟਡ। ਲਿਸਟ 2 ਐਗਜ਼ਾਮਪਲ ਆਫ ਨੈਚੁਰਲ ਇਕੋਸਿਸਟਮ। ਕੋਈ ਵੀ ਤੁਸੀਂ ਲਿਖ ਸਕਦੇ ਹੋ, ਲੇਕ, ਪੌਂਡ, ਫੋਰੈਸਟ, ਦੀਜ਼ ਆਰ ਆਲ ਨੈਚੁਰਲ ਇਕੋਸਿਸਟਮ। ਗ੍ਰੀਨ ਪਲਾਂਟਸ ਨੂੰ ਪ੍ਰੋਡਿਊਸਰ ਕਿਉਂ ਕਹਿੰਦੇ ਆ, ਕਿਉਂਕਿ ਇਹਨਾਂ ਦੇ ਵਿੱਚ ਕਲੋਰੋਫਿਲ ਹੁੰਦਾ। ਦੇ ਪ੍ਰੀਪੇਅਰ ਦੇਅਰ ਓਨ ਫੂਡ ਥਰੂ ਦੀ ਫੋਟੋਸਿੰਥੇਸਿਸ, ਇੰਟਰੈਪ ਦੀ ਸਨਲਾਈਟ ਟੂ ਕਨਵਰਟ ਇਨਟੂ ਕੈਮੀਕਲ ਐਨਰਜੀ। ਵੇਸਟ ਨੂੰ ਡਿਸਪੋਜ਼ ਕਰਨ ਦੇ ਕੋਈ ਮੈਥਡ, ਕੰਪੋਜ਼ਿਟ ਖਾਦ ਬਣਾਉਣਾ, ਰੀਸਾਈਕਲਿੰਗ ਕਰਕੇ, ਲੈਂਡਫਿਲ ਮੀਨਸ ਕਿਤੇ ਖੱਡਾ ਪੁੱਟ ਕੇ ਉਹਦੇ ਵਿੱਚ ਤੁਸੀਂ ਵੇਸਟ ਸਿੱਟ ਸਕਦੇ ਹੋ। ਇਨਸੀਨਰੇਸ਼ਨ ਦਾ ਮੀਨਸ ਕੀ ਹੁੰਦਾ, ਅਗਲਾ ਕੁਐਸਚਨ ਹੀ ਹੈ। ਇਨਸੀਨਰੇਸ਼ਨ ਕੋਈ ਵੀ ਵੇਸਟ ਹੈ ਉਹਨੂੰ ਬਰਨ ਕਰ ਸਕਦੇ ਆ ਹਾਈ ਟੈਂਪਰੇਚਰ 'ਤੇ। ਜਿਵੇਂ ਹੋਸਪਿਟਲ 'ਚ ਇਨਸੀਨਰੇਸ਼ਨ ਮਸ਼ੀਨਸ ਲੱਗੀਆਂ ਹੁੰਦੀਆਂ, ਉਹਦੇ ਵਿੱਚ ਸਰਿੰਜਸ ਵਗੈਰਾ ਨੂੰ ਠੀਕ ਹੈ ਇਮੀਡੀਏਟਲੀ ਬਰਨ ਕੀਤਾ ਜਾਂਦਾ, ਦੈਟ ਇਜ਼ ਦੀ ਇਨਸੀਨਰੇਸ਼ਨ। ਅੱਧੋ ਵੱਧ ਹੈਗਾ ਵਾਈ ਇਜ਼ ਦੀ ਇੰਪਰੋਪਰ ਡਿਸਪੋਜ਼ਲ। ਜੇ ਅਸੀਂ ਵੇਸਟ ਨੂੰ ਪ੍ਰੋਪਰਲੀ ਡਿਸਪੋਜ਼ ਨਹੀਂ ਕਰਾਂਗੇ ਇਹਦੇ ਹਾਰਮਫੁਲ ਇਫੈਕਟਸ ਹੋਣਗੇ। ਇਟ ਵਿਲ ਠੀਕ ਹੈ ਇਫੈਕਟ ਅਵਰ ਇਨਵਾਇਰਮੈਂਟ, ਏਅਰ, ਸੋਇਲ, ਵਾਟਰ ਨੂੰ ਪੋਲੂਸ਼ਨ ਕਰਨਗੇ। ਅੱਗੇ ਕੁਐਸਚਨ ਆ ਗਿਆ ਓਜ਼ੋਨ ਲੇਅਰ ਡਿਪਲੀਸ਼ਨ ਆਫ ਇਜ਼ ਕਾਜ਼ ਆਫ ਕੰਸਰਨ। ਕਿਉਂਕਿ ਅਗਰ ਓਜ਼ੋਨ ਲੇਅਰ ਡਿਪਲੀਟ ਹੁੰਦੀ ਹੈ ਤਾਂ ਸਾਡੇ ਇਨਵਾਇਰਮੈਂਟ 'ਚ ਯੂਵੀ ਰੇਡੀਏਸ਼ਨਸ ਆ ਜਾਂਦੀ ਹੈ, ਦੈਟ ਵਿਲ ਇਫੈਕਟ ਦੀ ਐਨੀਮਲਸ ਐਂਡ ਫਲੋਰਾ ਫੋਨਾ ਮਾਈਕਰੋ ਆਰਗੇਨਿਜ਼ਮ। ਠੀਕ ਹੈ। ਇਹ ਸਾਰੇ ਕੁਐਸਚਨ ਓਜ਼ੋਨ ਲੇਅਰ ਵਾਲੇ ਅਸੀਂ ਡਿਸਕਸ ਕਰ ਚੁੱਕੇ ਹਾਂ। ਦੈਨ ਰਾਈਟ 1 ਨੈਗੇਟਿਵ ਇਫੈਕਟ ਆਫ ਔਨ ਦੀ ਇਨਵਾਇਰਮੈਂਟ ਆਫ ਦੀ ਇਫਲੂਐਂਟ ਲਾਈਫ ਸਟਾਈਲ ਆਫ few persons of a society। ਇਫਲੂਐਂਟ ਲਾਈਫ ਸਟਾਈਲ ਦੇ ਕਰਕੇ ਜ਼ਿਆਦਾ ਐਕਸੈਸਿਵ ਵੇਸਟ ਪ੍ਰੋਡਿਊਸ ਹੋ ਰਹੀ ਹੈ। ਕੋਲ ਅਤੇ ਪੈਟਰੋਲੀਅਮ ਦੀ ਜ਼ਿਆਦਾ ਯੂਜ਼ ਹੋ ਰਹੀ ਹੈਗੀ ਹੈ, ਜਿਹਦੇ ਨਾਲ ਪੋਲੂਸ਼ਨ ਹੋਏਗਾ। ਔਰ ਐਕਸੈਸਿਵ ਯੂਜ਼ ਆਫ ਨੋਨ ਬਾਇਓ ਪੈਕਿੰਗ ਕਰਨ ਲਈ ਠੀਕ ਹੈ ਜ਼ਿਆਦਾ ਮਟੀਰੀਅਲ ਯੂਜ਼ ਹੋਏਗਾ। ਤਾਂ ਇਹ ਸੀਗੇ 1 ਨੈਗੇਟਿਵ ਇਫੈਕਟ ਔਨ ਦੀ ਇਫਲੂਐਂਟ ਲਾਈਫ ਸਟਾਈਲ। ਮੀਨਸ ਜੋ ਲਾਈਫ ਸਟਾਈਲ ਹੈਗਾ ਹਾਈ ਤਾਂ ਉਹਦੇ ਵਿੱਚ ਵੇਸਟ ਜ਼ਿਆਦਾ ਪ੍ਰੋਡਿਊਸ ਹੋਏਗੀ, ਕੋਲ ਪੈਟਰੋਲੀਅਮ ਵਗੈਰਾ ਡਿਪਲੀਸ਼ਨ ਹੋਏਗੀ, ਔਰ ਨੋਨ ਬਾਇਓਡਿਗੇਡੇਬਲ ਸਬਸਟੈਂਸਿਸ ਆਰ ਮੋਸਟਲੀ ਯੂਜ਼, ਦੀਜ਼ ਆਰ ਆਲ ਕੈਮੀਕਲ